अस्सलाम वालेकुम नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇੱਥੇ ਇਸ ਵਕਤ ਦਰਜਾ ਹਰਾਰਤ ਬਾਹਰ 25 ਡਿਗਰੀ ਸੈਂਟੀਗ੍ਰੇਡ ਹੈ। ਅੱਜ ਮੈਂ ਜ਼ਰਾ ਅੰਦਰੋਂ ਪਸੰਦ ਕੀਤਾ ਵੀਲੌਗ ਕਰਨਾ। ਮੈਂ ਕਿਹਾ ਕਿ ਚਲੋ ਇੱਥੋਂ ਆਈ ਵਾਸ ਫੀਲਿੰਗ ਕੰਫਰਟੇਬਲ ਹੇਅਰ ਔਰ ਨੰਬਰ ਪਿੱਛੇ ਲਾਣਾ ਵੀ ਆਸਾਨ ਹੋਇਆ ਉੱਥੇ ਹਵਾ ਨਾਲ ਉੱਡਦਾ ਰਹਿੰਦਾ। ਮੈਂ ਨੰਬਰ ਲਈ ਤੁਹਾਨੂੰ ਦੱਸਦਾ ਜਾਵਾਂ ਕਿ ਜ਼ਰੂਰੀ ਕਿਉਂ ਹੋ ਗਿਆ। ਪਿਛਲੇ ਦਿਨਾਂ ਤੋਂ ਜਿਹੜੇ ਮੈਨੂੰ ਮੈਸੇजेस ਆ ਰਹੇ ਨੇ ਇਸ ਨੰਬਰ ਦੀ ਵਜ੍ਹਾ ਨਾਲ, ਉਹ ਕੋਈ ਇਸ ਤਰ੍ਹਾਂ ਆ ਰਹੇ ਨੇ ਕਿ ਕੋਈ ਕਾਫੀ ਕਮ ਸੇ ਕਮ 100-200 ਦੇ ਕਰੀਬ ਮੈਸੇਜ ਐਸੇ ਆਏ ਕਿ ਜੀ ਤੁਸੀਂ ਮੈਂ 1 ਮੀਲ ਅ ਡੇ ਤੇ ਚਲਾ ਗਿਆ, ਮੇਰਾ ਡਿਪਰੈਸ਼ਨ ਖਤਮ ਹੋ ਗਿਆ, ਮੈਂ ਤੁਹਾਨੂੰ ਬਸ ਦਿਲ ਕਰਦਾ ਸੁਣਦਾ ਰਵਾਂ, ਦੁਆਵਾਂ ਮੇਰੇ ਲਈ। ਅੱਜ ਵੀ ਸਾਊਦੀ ਅਰਬ ਤੋਂ ਇੱਕ ਸਾਹਿਬ ਕਰ ਰਹੇ ਸੀ, ਬੜਾ ਉਹਨਾਂ ਦਾ ਸ਼ੁਕਰੀਆ। ਉਹ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਉਹ ਬੇਗਮ ਸਾਹਿਬਾਂ ਨੂੰ ਪਾਕਿਸਤਾਨ ਰੱਖਿਆ ਹੈ। ਬੱਚੇ ਇੱਕ ਮਲੰਗ ਹੈ, ਇੱਕ ਪੈਸੇ ਫਜ਼ੂਲ ਖਰਚੀ ਕਰਦਾ ਔਰ ਉਹਨਾਂ ਨੇ ਕੋਈ ਪੈਸਾ ਨਹੀਂ ਜੋੜਿਆ। 2 ਮਰਲੇ ਦਾ ਘਰ, 36 ਸਾਲ ਤੋਂ ਸਾਊਦੀ ਅਰਬ ਹੈ। ਮਾਤਾ ਪ੍ਰਸਤੀ ਤੋਂ 100 ਮੀਲ ਦੂਰ, ਕੋਈ ਮੁਕਾਬਲਾ ਨਹੀਂ ਕਿਸੇ ਨਾਲ। ਇੱਕ ਬਹੁਤ ਅੱਛਾ ਫੈਮਿਲੀ ਗਰੁੱਪ ਜਿਹਾ ਬਣ ਗਿਆ ਆ। ਤੇ ਅੱਜ ਮੈਂ ਉਹ ਸੁਣ ਰਿਹਾ ਸੀ, ਉਹ ਜਿਹੜਾ ਉਹ ਮਸਖਰਾ ਜਿਹਾ ਆ, ਸਲਮਾਨ ਮਿਰਜ਼ਾ ਔਰ ਮੈਂ ਹੂੰ ਸਲਮਾਨ ਮਿਰਜ਼ਾ। ਤੇ ਉਹ ਕੋਈ ਕਹਿ ਰਿਹਾ ਸੀ ਕਿ YouTube ਨੇ ਉਹਦੀ ਕੋਈ ਇੱਕ ਵੀਡੀਓ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ YouTube ਹੁਣ ਚੈੱਕ ਕਰਨ ਡਿਆ ਹੈ ਕਿ ਕਿਹੜੀ ਵੀਡੀਓ ਰਾਈਟ ਵਾਇਲੇਟ ਕਰਦੀ ਹੈ। ਉਹਨੇ ਕੋਈ ਚੈਨਲ 2021 ਚ ਬਣਾਇਆ ਸੀ, 2020 ਚ, ਔਰ 4000 ਵੀਡੀਓਜ਼ ਅਪਲੋਡਡ ਨੇ। ਮੇਰੀਆਂ 2000 ਵੀਡੀਓਜ਼ ਅਪਲੋਡਡ ਨੇ, ਤਕਰੀਬਨ 2000 ਦੇ ਕਰੀਬ। ਔਰ ਮੈਂ 2010 ਚ ਚੈਨਲ ਬਣਾਇਆ ਸੀ, ਵਿੱਚ ਮੈਂ ਬਿਲਕੁਲ ਸਟਾਰਟ 'ਚ ਤੇ ਨਹੀਂ, ਵੀਲੋਗਰ ਕੋਈ ਹੁੰਦਾ ਵੀ ਨਹੀਂ ਸੀ। ਮੈਂ ਬੜੇ ਪਹਿਲੇ ਚੈਨਲ ਬਣਾਉਣ ਵਾਲਿਆਂ ਤੋਂ ਹੈ। ਫੇਸਬੁੱਕ 'ਚ ਵੀ ਗਾਲਿਬਨ ਮੈਂ ਪਹਿਲੇ ਪਾਕਿਸਤਾਨ ਤੋਂ 2000 ਬੰਦਿਆਂ ਤੋਂ ਸੀ। ਟਵਿੱਟਰ 'ਤੇ ਵੀ ਇਸ ਤਰ੍ਹਾਂ ਹੀ ਸੀ। ਟਵਿੱਟਰ ਦੇਖੋ ਮੇਰਾ ਬੰਦ ਕਰ ਦਿੱਤਾ। ਉਹ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਉਹ ਜਿਹੜੀ ਉਹ ਟੈਕਨੀਕਲ ਉਹਦੇ ਥਰੂ ਕਰਕੇ ਔਰ ਅਪੀਲ ਵੀ ਨਹੀਂ। 1.5 ਸਾਲ ਤੋਂ ਉੱਥੇ ਮੇਰੇ 38,000 ਸਬਸਕ੍ਰਾਈਬਰ ਸੀ, ਇੱਥੇ ਮੇਰੇ ਕੋਈ 45,000 ਦੇ ਕਰੀਬ ਹੁਣ ਸਬਸਕ੍ਰਾਈਬਰ ਨੇ। ਮੈਂ ਚਾਹੁੰਦਾ, ਮੈਨੂੰ ਕੋਈ ਐਡਾ ਸ਼ੌਕ ਨਹੀਂ ਹੈ ਵੀਲੋਗਿੰਗ ਦਾ, ਔਰ ਸ਼ਾਇਦ ਮੈਨੂੰ ਕੋਈ ਚੈਨਲ ਬਣਾਉਣਾ ਵੀ ਦੁਬਾਰਾ। ਮੇਰਾ ਵੈਸੇ ਹੈ ਇੱਕ NMC TV ਇੰਗਲਿਸ਼ ਚੈਨਲ, ਉਹਦੇ ਤੇ ਮੈਂ ਪਾ ਦਿਆ ਕਰਾਂਗਾ ਅਗਰ ਇਹ ਚੈਨਲ ਮੇਰਾ ਬੰਦ ਵੀ ਹੋ ਜਾਂਦਾ। ਔਰ ਉਹਦੇ ਮੁਤਾਬਕ ਤੇ ਕੋਈ ਇਸ ਤਰ੍ਹਾਂ ਉਹ ਕਰ ਰਿਹਾ ਕਿ ਚੈਨਲ 'ਚੋਂ ਡਾਟਾ ਸਾਰਾ ਰਹੇਗਾ, ਤੁਸੀਂ ਉਸ ਚੈਨਲ ਨੂੰ ਐਕਸੈਸ ਨਹੀਂ ਕਰ ਸਕੋਗੇ, ਮਜ਼ੀਦ ਵੀਲੋਗਿੰਗ ਉੱਥੋਂ ਨਹੀਂ ਕਰ ਸਕੋਗੇ। ਠੀਕ ਹੈ, ਦੈਟਸ ਨਾਟ ਬੈਡ। ਪਹਿਲੇ ਮੇਰੇ ਰੂਹਾਨੀਅਤ ਦੇ ਔਰ ਸਾਰੇ ਵੀਲੋਗ ਇੱਥੇ ਪਏ ਆ। ਅਗਰ ਇਹਦਾ ਦਾ ਕੋਈ ਮਸਲਾ ਹੁੰਦਾ ਵੀ ਹੈ ਤੇ ਇਟਸ ਨਾਟ ਡਿਸਟਰਬ। ਇਸ ਨੰਬਰ ਨਾਲ ਹੁਕਅਪ ਪ੍ਰੋ ਮੇਰੇ ਨਾਲ, ਇਹ ਤੁਹਾਡੀਆਂ ਕਾਫੀ ਸਾਰੀਆਂ ਮੈਂ ਪਰੇਸ਼ਾਨੀਆਂ ਵੀ ਦੂਰ ਕਰ ਸਕਦਾ। ਮੈਂ ਕੱਲ ਇੱਕ ਆਸਟ੍ਰੇਲੀਆ ਤੋਂ ਬੰਦੇ ਦੇ ਕੋਈ ਬੇਮਾਤ ਦੇ ਮਸਲੇ ਸੁਣ ਰਿਹਾ ਸੀ ਔਰ ਉਹਨੂੰ ਐਡਵਾਈਸ ਕਰ ਰਿਹਾ ਸੀ। ਬਹੁਤ ਜਗ੍ਹਾ ਮੈਂ ਆਈ ਹੈਵ ਬੀਨ ਏਬਲ ਟੂ ਹੈਲਪ ਦੈਮ ਆਪਣੇ ਮੁਸ਼ਾਹਦੇ ਨਾਲ, ਆਪਣੇ ਤਜਰਬੇ ਦੇ ਨਾਲ, ਆਪਣੀ ਰੂਹਾਨੀ ਰੋਸ਼ਨੀ ਤੋਂ। ਆਪਣੇ ਮੈਂ ਤੁਹਾਨੂੰ ਕਿਤਾਬ ਪੜ੍ਹਨ ਦਾ ਕਿਉਂ ਮੇਰੇ ਆਪਣੀ ਕਹਿੰਦਾ, ਮੈਂ ਐਮਾਜ਼ਨ ਵਗੈਰਾ 'ਤੇ ਨਹੀਂ ਪਾਈ, ਆਈ ਡੋਂਟ ਨੋ, ਮੈਨੂੰ ਪਸੰਦ ਨਹੀਂ ਸੀ। ਔਰ ਬੜਾ ਲੋਕਾਂ ਨੂੰ $50-60 ਖਰਚਣੇ ਪੈਂਦੇ ਹੈ ਇੱਕ ਕਿਤਾਬ ਲਈ। ਲੇਕਿਨ ਉਹ ਲਾਈਫ ਐਕਸਪੀਰੀਅੰਸ ਮੇਰਾ ਜਿਹੜਾ ਹੈ, ਉਹ 2-3 ਚੀਜ਼ਾਂ ਤੁਹਾਨੂੰ ਦੱਸਦਾ ਹੈ। ਲਿਵਿੰਗ ਲਾਈਫ ਯੋਰ ਓਨ ਵੇ ਮੈਂ ਗੁਜ਼ਾਰੀ ਹੈ। 66 years ਅਲਹਮਦੁਲਿल्लाह ਮਾਈ ਓਨ ਵੇ, ਰਾਈਟ ਫਰੋਮ ਡੇ 1। ਜੋ ਮੇਰਾ ਦਿਲ ਕੀਤਾ, ਜੋ ਮੇਰੇ ਮਨ 'ਚ ਆਇਆ ਔਰ ਜਿਹੜਾ ਸੱਚ ਮੈਂ ਤਸਲੀਮ ਕੀਤਾ। ਮੇਰੇ 'ਚ ਕੋਈ ਮੁਨਾਫਕਤ, ਹਿਪੋਕ੍ਰੇਸੀ, ਕੰਡੀਸ਼ਨਿੰਗ, ਕਲਟ, ਇਨਫਲੂਐਂਸ ਨਾ ਮੈਂ ਕਿਸੇ ਦਾ ਲੈਂਦਾ ਨਾ ਕਿਸੇ ਨੂੰ ਦਿੰਦਾ। ਮੇਰੇ ਨਾਲ ਜੁੜਨਾ ਆ ਪਿਆਰ ਮੁਹੱਬਤ 'ਚ। ਕੱਲ ਸ਼ਾਇਦਾ ਭੈਣ ਵਿਚਾਰੀ ਉਹ ਠੋਸੀ ਹੋ ਗਈ, ਰਾਤ ਉਹਨੂੰ ਕੋਈ ਸਟ੍ਰੋਕ ਹੋ ਗਈ। ਹੁਣ ਬੇਟਾ ਬਾਹਰ ਰੋਂਦਾ ਹੈ, ਐਮਰਜੈਂਸੀ 'ਚ ਪਈ ਹੈ ਉਹ ਵਿਚਾਰੀ। ਉਹਦੇ ਲਈ ਦੁਆ ਕਰੋ ਅੱਲਾਹ ਤਾਲਾ ਉਹਨੂੰ ਸਿਹਤ ਦੇ। ਸ਼ਿਕਾਗੋ ਤੋਂ 2-3 ਬੰਦਿਆਂ ਨੇ ਮੈਨੂੰ ਆਫਰ ਕੀਤੀ ਕਿ ਪੇਇੰਗ ਗੈਸਟ ਲਈ ਉਹ ਆ ਜਾਣ ਉੱਥੇ। ਇਹ ਬੜਾ ਅਲਮੀਆ, ਬੜਾ ਦੁੱਖ ਹੈ ਮੈਨੂੰ ਹੁੰਦਾ ਪੇਰੈਂਟਸ ਨੂੰ ਜਿਸ ਤਰ੍ਹਾਂ ਬੱਚੇ ਟਰੀਟ ਕਰ ਰਹੇ ਨੇ ਔਰ ਬੇਮਾਤ ਦੇ ਨਾਲ। ਯੈਸ, ਇੱਕ ਬੈਲੈਂਸ ਕ੍ਰੀਏਟ ਕਰੋ ਤੁਸੀਂ। ਮੈਂ ਤੇ ਬਿਲਕੁਲ ਆਈ ਵਾਜ਼ ਫॉर ਮਾਈ ਮਦਰ। ਬੇਸ਼ੱਕ ਬੇਗਮ ਛੱਡਦਾ ਹੈ, ਬੱਚਨ ਛੱਡਦਾ ਹੈ, ਆਈ ਡੋਂਟ, ਆਈ ਐਮ ਐਨ ਐਕਸਟ੍ਰੀਮਿਸਟ ਇਨ ਦਿਸ ਕੰਟੈਕਸਟ। ਤੁਸੀਂ ਆਪਣਾ ਹਿਸਾਬ ਕਿਤਾਬ ਕੁਛ ਲਾ ਲਓ ਜੋ ਵੀ ਹੈ। ਖਬਰਾਂ ਅੱਜ ਤੁਸੀਂ ਦੇਖੋ ਅਜੀਬੋ ਗਰੀਬ ਨੇ। ਸ਼ੋਭਾ ਸਟੀਲ ਦੇ ਲਾਨ ਵਾਲਾ ਸ਼ੰਘਾਈ ਹੈ,
ਔਰ ਉੱਥੇ ਉਹ ਸ਼ੰਘਾਈ ਕਾਨਫਰੰਸ ਲਈ ਸੌਰੀ ਬੀਜਿੰਗ ਹੈ। ਅੱਛਾ ਉੱਥੇ ਉਹਦਾ ਕੀ ਹੈ? ਕੁਛ ਵੀ ਨਹੀਂ ਜਨਾਬ, ਉਹਦਾ ਨਾਂ ਵਾਲੀ ਵਾਰਸ ਪਿਊਟਨ ਦੇ ਪਿੱਛੇ ਦੌੜ ਕੇ ਉਹਦੇ ਨਾਲ ਹੱਥ ਮਿਲਾਇਆ। ਸਾਈਡਲਾਈਨਸ ਤੇ ਜਿਹੜੀਆਂ ਮੁਲਾਕਾਤਾਂ ਹੋ ਰਹੀਆਂ ਇਹ ਸਿਰਫ ਉਰਦੁਗਨ ਨਾਲ ਕਰ ਸਕਿਆ। ਉਰਦੁਗਨ ਵੈਸੇ ਹੀ ਇਹਦਾ ਯਾਰ ਹੈ, ਇਹ ਜਾਂਦਾ ਰਿਹਾ ਪੰਜਾਬ ਦੇ ਨੇ ਠੇਕੇ ਗੰਦ ਦੇ। ਉਹ ਜਿਹੜਾ ਉੱਥੇ ਹੈ ਪੰਜਾਬ ਦਾ ਨਹੀਂ, ਉਹ ਆਪਣਾ ਕੀ ਨਾਂ ਲਈਦਾ ਉਹ ਰਿੰਗ ਰੋਡ ਤੇ ਨਿਕਲੋ ਤੇ ਉਹ ਕੂੜਾ ਸਾਰਾ ਬਹੁਤ ਅੱਛਾ। ਫਿਰ ਬੱਸਾਂ ਮੰਗਵਾਈਆਂ ਸੀ, ਉਹ ਰੈੱਡ ਬੱਸਾਂ, ਬੜਾ ਇਹਨੇ ਤੁਰਕੀ ਨੂੰ ਇਹਨਾਂ ਨੇ ਫਾਇਦਾ ਦਿੱਤਾ ਹੈ, ਠੀਕ ਹੈ ਨਾ ਜੀ। ਉਹ ਉਰਦੁਗਨ ਇਹਨੂੰ ਮਿਲ ਲਿਆ ਤੇ ਵਰਲਡ ਤਾਕਤਾਂ ਜਿਹੜੀਆਂ ਹੈ ਉਹ ਡਿਫਰੈਂਟਲੀ ਸੋਚਦੀਆਂ ਆ। ਟ੍ਰੇਡ ਤੇ ਕਮਾਈ ਦਾ ਸੋਚਦੀਆਂ। ਠੀਕ ਹੈ, ਇੰਡੀਆ ਨੂੰ ਚਾਈਨਾ ਦੇ ਨਾਲ ਟ੍ਰੇਡ ਡੈਫਿਸਿਟ ਤੇ ਹੈ ਕੋਈ 70-80 ਡਾਲਰ ਬਿਲੀਅਨ ਡਾਲਰ ਤੇ। ਰੂਸ ਦੇ ਨਾਲ ਵੀ ਡੈਫਿਸਿਟ ਤੇ ਹੈ। ਸਿਰਫ ਅਮਰੀਕਾ ਨਾਲ ਕੋਈ 45 ਬਿਲੀਅਨ ਡਾਲਰ ਤੋਂ ਫਾਇਦੇ ਤੇ ਸੀ, 45-50 ਬਿਲੀਅਨ। ਲੇਕਿਨ ਉਹ ਅੱਜ ਟਰੰਪ ਦੀ ਮੈਂ ਦੇਖ ਰਿਹਾ ਸੀ ਪੋਸਟ, ਉਹਨੇ ਕਿਹਾ ਜੀ ਕਿ ਅਮਰੀਕਾ ਹੁਣ ਇੰਡੀਆ ਜ਼ੀਰੋ ਟੈਰਿਫ ਕਹਿਣ ਡਿਆ ਹੈ। ਇੰਡੀਆ ਕਹਿੰਦਾ ਜੀ ਕਿ ਜ਼ੀਰੋ ਟੈਰਿਫ ਅਮਰੀਕੀ ਪ੍ਰੋਡਕਟਸ ਤੇ ਤੁਸੀਂ ਸਾਡੇ ਨਾਲ ਗੱਲ ਕਰੋ। ਕਹਿੰਦਾ ਹੁਣ ਬੜੀ ਲੇਟ ਹੋ ਗਈ ਹੈ, ਵੈਸੇ ਮੈਂ ਆਪਣਾ ਕੋਸ਼ਿਸ਼ ਕਰਾਂਗਾ ਔਰ ਮੈਂ ਰਾਬਤੇ ਕਰ ਰਿਹਾ। ਔਰ ਹੋਰ ਵੀ ਉਹਨੇ 2-3 ਚੀਜ਼ਾਂ ਦਸੀਆਂ ਕਿ ਨਹੀਂ ਇਹ ਮਾਮਲਾਤ ਬੜੇ ख़राब ਨੇ ਔਰ ਰਾਬਤੇ ਕਰਨਾ ਤੇ ਖੈਰ ਉਹਨੇ ਨਹੀਂ ਕਿਹਾ। ਐਂਡ ਇੰਡੀਅਨ ਫੋਰਨ ਮਿਨਿਸਟਰਸ ਵਗੈਰਾ ਇਹਨਾਂ ਨੇ ਡੈਲੀਗੇਸ਼ਨਸ ਜਾਣੇ ਨੇ ਔਰ ਕਾਫੀ ਸਾਰੀਆਂ ਇਹਦੇ ਬਾਰੇ 'ਚ ਵੀ ਮਾਮਲਾਤ ਹੋ ਰਹੇ। ਅਸੀਂ ਕਿੱਥੇ ਖੜੇ ਹਾਂ? ਅਸੀਂ ਕਿਤੇ ਵੀ ਨਹੀਂ ਖੜੇ ਜੀ। ਸਾਡੇ ਦੇ ਕੋਈ ਬਿਲਕੁਲ ਹੀ ਹਿਸਾਬ ਕਿਤਾਬ ਨਹੀਂ ਹੈ। ਡੀਲ ਕੀ ਕਰਨੀ ਹੈ ਅਸੀਂ ਤੇ ਬਿਲਕੁਲ ਭੁੱਖੇ ਨੰਗੇ ਹੁਣ ਫਲੱਡ ਲਈ ਮੰਗਾਂਗੇ। ਕੱਲ੍ਹ ਮੈਂ ਖਬਰ ਜਜ਼ੀਰਾ ਦੀ 2 ਮਿਲੀਅਨ ਅਫੈਕਟਡ ਦੀ ਦੇਖ ਰਿਹਾ ਸੀ। ਮੇਰੇ ਖਿਆਲ 'ਚ 1 ਕਰੋੜ ਲੋਕ ਅਫੈਕਟ। ਮਜ਼ੀਦ ਹਿੰਦੁਸਤਾਨ ਦੀ ਤਰਫ ਜਿਹੜੇ ਡੈਮ ਨੇ ਉਹ ਆਪਣੀ ਬੁਲੰਦੀ ਤੋਂ 1400 ਫੁੱਟ ਤੋਂ 1600 ਫੁੱਟ ਤੇ ਚਲੇ ਗਏ ਆ। ਡੈਡਲਾਈਨ 1400 ਸੀ, ਉਹ ਛੱਡ ਦੇਣਗੇ 24-48 ਘੰਟੇ 'ਚ। ਹੋਰ ਮੁਸੀਬਤ ਆ ਜਾਏਗੀ। ਡਿਪਟੀ ਕਮਿਸ਼ਨਰ ਇੱਥੇ ਆਰਡਰ ਕਰਦੇ ਫਿਰਦੇ ਨੇ ਕਿ ਜਨਾਬ ਸਾਹਿਬ ਤੁਸੀਂ ਆਪਣਾ ਸਾਡੀ ਇਜਾਜ਼ਤ ਤੋਂ ਬਗੈਰ ਕੋਈ ਖਾਣੇ ਪੀਣੇ ਦੀਆਂ ਚੀਜ਼ਾਂ ਨਹੀਂ ਦੇ ਸਕਦੇ। ਉਹ ਬਈ ਲੋਕਾਂ ਨੇ ਕੋਈ ਜ਼ਹਿਰ ਦੇਣਾ ਹੈ, ਉਹਨਾਂ ਨੂੰ ਮਾਰਨਾ ਆ, ਇਹਦਾ ਮਤਲਬ ਤੁਸੀਂ ਟਰਸਟ। ਮੈਂ ਜਦੋਂ ਅਮਰੀਕਾ ਆਇਆ ਸੀ ਮੈਂ ਕਹਿੰਦਾ ਸੀ ਕਿ ਸਾਨੂੰ ਇੱਕ ਦੂਸਰੇ ਤੇ ਟਰਸਟ ਨਹੀਂ ਹੈ ਪਾਕਿਸਤਾਨ 'ਚ। ਅਮਰੀਕਾ ਲੋਕ ਇੱਕ ਦੂਸਰੇ ਤੇ ਗੋਰੇ ਟਰਸਟ ਕਰਦੇ ਹੈ। ਟਰਸਟ ਤੇ ਮੁਲਕ ਵੀ ਚੱਲਦੇ ਹੈ, ਸੋਸਾਇਟੀ ਵੀ ਚੱਲਦੀ ਹੈ ਔਰ ਮਾਹੌਲ ਵੀ ਬਹੁਤ ਜ਼ਿਆਦਾ ਬਿਹਤਰ ਹੋ ਜਾਂਦਾ। ਲੇਕਿਨ ਟਰਸਟ ਹੀ ਨਹੀਂ। ਇਨ ਗੋਡ ਵੀ ਟਰਸਟ ਉਹਨਾਂ ਨੇ ਕਰੰਸੀ ਤੇ ਵੀ ਲਿਖਿਆ। ਅਸੀਂ ਰਿਜ਼ਕ ਹਲਾਲ ਹੈ, ਇਬਾਦਤ ਹੈ। ਜ਼ਿਆ ਨੇ ਲਿਖਿਆ, ਅਸੀਂ ਉਹ ਜਨਾਬ ਸਾਹਿਬ ਹਟਾਤਾ ਇਹਨਾਂ ਨੇ। ਜ਼ਿਆ ਦੇ ਬੇਟੇ ਨੇ ਜਨਾਬ ਸਾਹਿਬ ਆਪਣੇ ਦੌਰ 'ਚ ਜਿਹੜਾ ਹੈ ਹਟਾਤਾ। ਕੁਛ ਮੈਂ ਇਮੇਜਸ ਵੀ ਦੇਖ ਰਿਹਾ ਸੀ, ਤੁਹਾਡੇ ਨਾਲ डिस्कस करिए कि आपने सही कहा, मादा प्रस्ती ने हर शोबे को अपनी लपेट में ले लिया हुआ है, जिसमें डॉक्टर भी शामिल है। कहते हैं कि ये मुकद्दस पेशा है, मगर इस मुकद्दस पेशे में भी ऐसे ऐसे मादा प्रस्त मिल जाते हैं, सर शर्म से झुक जाता है। मेरे ख्याल में हर शोबा मुकद्दस है अगर अपना काम ईमानदारी के साथ किया जाए। एक गटर साफ करने वाला भी इतना ही मोहतरम है जितना कोई आला अफसर, अगर वो अपना काम ईमानदारी के साथ करता है। और अगर आप जनरल, जज, वजीर आजम, चीफ सेक्रेटरी बनकर भी बदकिरदारी करते हैं तो आप गटर साफ करने वाले से भी बदतरीन हैं, हमारे बदतर हैं। हमारे हुक्मरान ख़ानदान का सबसे बड़ा जुर्म ये है कि उन्होंने हलाल और हराम की तमीज़ मिटा दी। देखो जी, मैं ते बड़ा अपने ये 2020 लोग जोर दिता। ਮੈਂ ਤੇ ਹਮੇਸ਼ਾ ਕਿਹਾ ਹੈ ਜੀ ਕਿ ਹਲਾਲ ਦਾ ਨੁਤਫਾ ਜਿਹੜਾ ਆ ਉਹ ਬਹੁਤ ਫਰਕ ਪਾਉਂਦਾ ਆ ਔਰ ਹਰਾਮ ਜਿਹੜਾ ਆ ਤੁਹਾਨੂੰ ਬਿਲਕੁਲ ਡਿਸਟਰੋਏ ਕਰ ਦਿੰਦਾ ਹੈ। ਫਿਰ ਇੱਕ ਰੂਮੀ ਸਾਹਿਬ ਦਾ ਸੀ, ਡਾਕਟਰ ਰੂਮੀ, ਅਪਲਾਈਡ ਫਿਲੋਸੋਫੀ ਲਵ ਐਂਡ ਵਿਜ਼ਡਮ। ਕਾਲਾ ਲਾ ਜਿਹੜਾ ਮੈਂ ਦੱਸਿਆ ਸੀ, ਫਿਲੋ ਇਜ਼ ਲਵ, ਸੋਫੀ ਇਜ਼ ਵਿਜ਼ਡਮ, based on intrapersonal, interpersonal and extrapersonal wisdom। ਇਹ ਉਹ ਬਹੁਤ ਜ਼ਬਰਦਸਤ ਕਹਿੰਦੇ ਹੁੰਦੇ ਆ ਸਾਡੇ ਕਨੈਕਸ਼ਨਸ, ਰਿਲੇਸ਼ਨਸ਼ਿਪਸ। ਜਿਹੜੀ ਮੈਂ ਕਹਿੰਦਾ ਹੁੰਦਾ ਅਸੀਂ ਆਪਣੇ ਨਾਲ ਅਸੀਂ ਕਨੈਕਟਡ ਹੈ, ਇੰਟਰਡਿਪੈਂਡੈਂਟ ਨਹੀਂ, ਡਿਪੈਂਡੈਂਟ ਨਹੀਂ ਇੱਕ ਦੂਸਰੇ ਤੇ, ਕਨੈਕਟਡ ਹੈ ਜਿਹਨਾਂ ਨੂੰ ਕਿ ਇੰਟਰਾਪਰਸਨਲ ਉਹ ਕਹਿੰਦੇ ਹੈ ਬੇਸਡ ਔਨ ਔਰ ਐਕਸਟਰਾ ਪਰਸਨਲ wisdoms। Intrapersonal wisdom is self-care and self-love। ਇੰਟਰਾ ਤੁਸੀਂ ਸੈਲਫ ਲਵ ਆਪਣੀ ਮਖਲੂਕ ਦੇ ਨਾਲ, ਜਿਸ ਤਰ੍ਹਾਂ ਮੈਂ
शाहिदाबाजी के बारे परेशान रहता और लोगों को अपील की थी कि यार कोई मदद करो। और कल बल्कि सेब दी भी रिजवान सेब दी भी मदद हो गई। फैसलाबाद तो एक बहुत अच्छा मुंडा है, अल्लाह ताला उन्होंने इहदा अजर देगा। ये कोई पता नहीं ਇਹਦਾ ਬਣੇਗਾ ਨਹੀਂ ਬਣੇਗਾ, ਬਕਾਰੀ ਤੇ ਇਹਨੂੰ ਨਹੀਂ ਮੈਂ ਸੇਬ ਨੂੰ ਬਣਨ ਦੇਣਾ, ਇਹ ਆਖਰੀ ਵਾਰੀ ਹੈ ਬਸ। ਉਹਦਾ ਘਰ ਦਾ ਕਿਰਾਇਆ ਉਹ ਗੰਢਾ ਬੰਨ ਕੇ ਬੈਠੇ ਸੀ ਕੱਪੜੇ ਦੀਆਂ ਕਿ ਸਾਨੂੰ ਚੁੱਕ ਕੇ ਬਾਹਰ ਮਾਰਨ ਲੱਗੇ। ਅੱਛਾ ਜੀ। ਅੱਛਾ, ਇੰਟਰਾਪਰਸਨਲ ਵਿਜ਼ਡਮ ਉਹ ਉਹਨਾਂ ਨੂੰ ਐਕਸਪਲੇਨ ਕਰਦੇ ਆ ਇਜ਼ ਸੈਲਫ ਕੇਅਰ ਐਂਡ ਸੈਲਫ ਲਵ। ਆਪਣਾ ਜਿਹੜਾ ਤੁਸੀਂ ਸੈਲਫ ਕੇਅਰ ਐਂਡ ਲਵ। ਇੰਟਰਪਰਸਨਲ ਵਿਜ਼ਡਮ ਇਜ਼ ਟੂ ਲਵ ਅਦਰਸ, ਠੀਕ ਹੈ ਜੀ। ਐਂਡ ਐਕਸਟਰਾ ਪਰਸਨਲ ਵਿਜ਼ਡਮ ਟੂ ਲਵ ਨੇਚਰ, ਠੀਕ ਹੈ ਜੀ। ਅੰਦਾਜ਼ਾ ਲਗਾਓ ਉਹਨਾਂ ਨੇ ਇੰਟਰਾਪਰਸਨਲ ਤੁਹਾਡਾ ਆਪਣਾ ਸੈਲਫ ਲਵ ਹੈ, ਠੀਕ ਹੈ ਜੀ, ਔਰ ਸੈਲਫ ਕੇਅਰ ਹੈ। ਇੰਟਰਪਰਸਨਲ ਦੂਸਰੇ ਲੋਕਾਂ ਦੇ ਨਾਲ ਜਿਹੜਾ ਹੈ ਇਜ਼ ਟੂ ਲਵ ਅਦਰਸ, ਬਾਕੀ। ਔਰ ਤੀਸਰਾ ਐਕਸਟਰਾ ਪਰਸਨਲ ਹੈ ਲਵ ਨੇਚਰ, ਠੀਕ ਹੈ ਜੀ। ਇੰਟਰਾਪਰਸਨਲ, ਇੰਟਰਪਰਸਨਲ ਬੰਦਿਆਂ ਦੇ ਮਾਬੈਨ, ਔਰ ਐਕਸਟਰਾ ਪਰਸਨਲ। ਇਹ ਬਹੁਤ ਅੱਛੀ ਫਿਲਾਸਫੀ ਹੈ। ਡਾਕਟਰ ਨਜੀਬ रूमी अल्लाह ताला उन्होंने खुश रखे ਇਹਦੇ ਤੇ ਬੜਾ ਜ਼ੋਰ ਦਿੰਦੇ ਨੇ। भारत ने जो अभी जा रही है दिखाई, कम से कम एशिया कप में पाकिस्तान और भारत का मैच कैंसिल हो जाना चाहिए। और एक और वीडियो एक साहब ने भेजी कि नानी 420 की 98 अरब की चोरी पकड़ी गई। वो 98 अरब ਦਾ ਉਹਨੇ ਦੱਸਿਆ ਜੀ ਕਿ ਮੋਟਰਸਾਈਕਲ ਦੇ ਚਲਾਨ ਜਿਹੜੇ ਹੈ ਨਾ, ਇੰਨੀਆਂ ਚੌਕੀਆਂ ਮੰਥਲੀ 98 ਅਰਬ 2000 ਰੁਪਇਆ ਰੋਜ਼ ਚਲਾਨ ਦਾ ਹੁੰਦਾ। 98 ਇੱਕ ਡੀਸੀਜ਼ ਨੇ ਫੰਡ ਰੱਖਿਆ ਹੋਇਆ ਸੀ ਇਹ ਅਸਲੇ ਬਣਾਉਣ ਦਾ। ਇੱਕ ਜਿਹੜਾ ਕਿ ਇਹ ਤੁਹਾਨੂੰ ਮੈਂ ਗੱਲ ਦੱਸਾਂ ਕਿ ਇਹ ਬਜਟ ਚਾਰਜਡ ਐਕਸਪੈਂਡੀਚਰ ਹੁੰਦਾ। ਤੁਹਾਨੂੰ ਹਿਸਾਬ ਕਿਤਾਬ ਦੇਣਾ ਪੈਂਦਾ ਆਡਿਟ ਐਂਡ ਅਕਾਊਂਟ ਡਿਪਾਰਟਮੈਂਟ, ਔਰ ਫਿਰ ਉਹ ਬੈਲੈਂਸ ਆਊਟ ਹੁੰਦਾ, ਨਹੀਂ ਤੇ ਪੈਰੇ ਸ਼ਹਿਰੇ ਤੁਹਾਡੇ ਤੇ ਬਣਦੇ। ਇਹ ਤੋਂ ਬਿਯੋਂਡ ਤੁਸੀਂ ਸਰਕਾਰ ਵਾਲੇ ਪੈਸਾ ਨਹੀਂ ਇਕੱਠਾ ਕਰ ਸਕਦੇ। ਉਹ ਡੀਸੀ ਸ਼ੀਸੀ ਇਕੱਠੇ ਕਰਦੇ ਹੁੰਦੇ ਸੀ ਅਸਲੇ ਦੀ ਮੱਤ ਚੋਂ, ਫਿਰ ਬੜਾ ਖਾਂਦੇ ਸੀ ਪੈਸੇ ਉਹਦਾ, ਕਿਉਂਕਿ ਅਕਾਊਂਟੇਬਿਲਿਟੀ ਨਹੀਂ ਹੈ। ਇਸੇ ਤਰ੍ਹਾਂ ਇਹਨੇ ਦੇਖੋ 98 ਅਰਬ ਰੁਪਇਆ ਗਸ਼ਤੀ ਦੇ ਪਲਾਟ 'ਚ ਜਾਂਦਾ ਆ। 98 ਅਰਬ ਰੁਪਇਆ 1 ਫੁੱਟ ਦੇ ਪਲਾਟ 'ਚ ਦੇ ਜਾਂਦਾ ਆ ਮਹੀਨੇ ਦਾ। ਚਲਾਨਾਂ ਤੋਂ 2000 ਰੁਪਇਆ ਚਲਾਨ ਕਿਹਾ ਹੋਇਆ ਤੁਸੀਂ ਕਰਨਾ। ਉਹਨੂੰ ਬਸ ਕਰੀ ਜਾ ਰਹੇ ਆ ਸ਼ੇਰ ਦੇ ਬੱਚੇ। ਚਲਾ ਮਰ ਜਾਓ ਟੂ ਤੁਸੀਂ ਪਾਕਿਸਤਾਨੀ ਜਿਹੜੇ। ਮੈਂ ਤੇ ਹੈਰਾਨ ਹੈ ਮੁੰਡੇ ਜਿਹੜੇ ਬਦਮਾਸ਼ ਬਣੇ। ਕੀ ਤੁਹਾਡਾ IQ, EQ and SQ, spiritual quotient SQ ਹੁੰਦਾ ਹੈ। Unfolding internal compass, pointing towards your deepest why। ਉਹ ਇੱਕ ਕੰਪਸ ਹੈ ਉਹਨੇ ਕਿਹਾ ਜਿਹੜਾ ਵਾਈ 'ਚ ਜਾਂਦਾ ਹੈ। ਵਾਈ ਇਜ਼ ਯੋਰ ਕੋਰ ਰੀਜ਼ਨ ਫॉर ਬੀ। ਕਿਉਂ ਤੁਹਾਡਾ ਕੋਰ ਰੀਜ਼ਨ ਹੈ। ਇਟਸ ਨਾਟ ਅ ਜੌਬ ਰੋਲ ਔਰ ਅ ਟਾਈਟਲ ਸ਼ਾਈਟਲ, ਨਹੀਂ ਨਾ ਹੀ ਜੌਬ। ਇਟਸ ਦ ਡੀਪ ਪਰਪਸ ਫॉर ਵਿਚ ਯੂ ਐਗਜ਼ਿਸਟ। ਪਰਪਸ ਤੁਹਾਡਾ ਜਿਹੜਾ ਹੈ ਉਹ ਤੁਹਾਨੂੰ ਕਿਉਂ ਵੱਲ ਜਾਂਦਾ ਹੈ। not the superficial why ਉਹ ਜਿਹੜਾ ਹੈ superficial ਹੈ। for example to make money, to be successful, ਤੁਸੀਂ ਇਸ ਲਈ ਆਏ ਹੈ successful ਹੋਵੋ, ਪੈਸੇ ਬਣਾਓ। but the sacred why that fulfills your soul, ਜਿਹੜੀ ਤੁਹਾਡੀ ਰੂਹ ਦੀ ਰੋਸ਼ਨੀ ਨੂੰ ਮੁਨੱਵਰ ਕਰਦਾ ਹੈ, ਉਹ ਵਾਲਾ ਕਿਉਂ। to heal others through presence, ਬਾਕੀਆਂ ਲੋਕਾਂ ਨੂੰ ਹੀਲ ਕਰਨਾ, ਉਹਨਾਂ ਨੂੰ ਖੁਸ਼ ਰੱਖਣਾ, ਇਲਾਜ ਕਰਨਾ ਉਹਨਾਂ ਦਾ ਆਪਣੀ ਮੌਜੂਦਗੀ ਦੇ ਨਾਲ। ਜਿਸ ਤਰ੍ਹਾਂ ਲੋਕ ਕਹਿੰਦੇ ਤੁਹਾਨੂੰ ਦੇਖ ਕੇ ਨਾ ਸਭ ਖੁਸ਼ ਹੋ ਜਾਂਦਾ, ਮੇਰਾ ਡਿਪਰੈਸ਼ਨ ਦੂਰ ਹੋ ਗਿਆ। 1 meal a day ਤੇ ਲੋਕ ਚਲੇ ਗਏ। ਸਾਊਦੀ ਅਰਬ ਤੋਂ ਇੱਕ ਬੱਚਾ ਉਹ ਬੱਕਰੀ ਦਾ ਦੁੱਧ ਉੱਥੇ ਮਿਲਦਾ, ਕਹਿੰਦਾ ਮੈਂ ਪੀਂਦਾ ਹਾਂ ਤਾਜ਼ਾ। ਸਰ ਮੈਂ ਕੋੜੇ ਵਾਂਗੂ ਹੋ ਗਿਆ, ਮੈਂ 10 kg ਲੂਜ਼ ਕੀਤਾ, ਇੰਨਾ ਮੈਂ ਖੁਸ਼ ਹਾਂ। ਐਵੇਂ ਮੈਂ ਨੱਚੀ ਜਾਂਦਾ, ਟੱਪੀ ਜਾਂਦਾ। ਭੁੱਖੇ ਮਲੰਗ ਬੁੱਲੇ ਸ਼ਾਹ ਵਗੈਰਾ ਇਸ ਲਈ ਨੱਚਦੇ ਹੁੰਦੇ ਸੀ। ਨੂਰ ਅੰਦਰ ਸੀ। ਇਹ ਜਿਹੜਾ ਪੋਤੜਾ ਤੋਤੜਾ ਪਾਏ ਸਿਰੀ ਪਾਏ ਗਾਂਡੇ ਦੇ ਨੇ, ਇਹ ਨਹੀਂ ਹੁੰਦਾ ਸੀ। ਟੂ ਅਵੇਕਨ ਵਿਜ਼ਡਮ ਇਨ ਦਾ ਵਰਲਡ, ਦੁਨੀਆ ਪੂਰੀ 'ਚ ਵਿਜ਼ਡਮ ਨੂੰ ਰੋਸ਼ਨ ਕਰਨਾ, ਠਾਨਾਈ ਨੂੰ ਰੋਸ਼ਨ ਕਰਨਾ। ਟੂ ਸਰਵ ਲਵ ਨਾਟ ਫੀਅਰ, ਮੁਹੱਬਤ ਦੇ ਨਾਲ। ਉਹ ਇੰਟਰਾਪਰਸਨਲ, ਇੰਟਰਪਰਸਨਲ, ਐਕਸਟਰਾ ਪਰਸਨਲ ਲਵ ਦੇ ਨਾਲ, ਡਰ ਦੇ ਨਾਲ ਨਹੀਂ। ਟੂ ਅਨਫੋਲਡ ਯੋਰ ਇਨਰ ਕੰਪਸ, ਅਗਰ ਤੁਸੀਂ ਆਪਣੇ ਅੰਦਰ ਦੇ ਕੰਪਸ ਨੂੰ ਖੋਲ੍ਹਣਾ ਆ, ਅਨਫੋਲਡ ਕਰਨਾ ਆ। ਰਿਮੂਵ ਦ ਰਸ ਆਫ ਈਗੋ, ਇਹ ਜਿਹੜਾ ਜ਼ੰਗ ਹੈ ਨਾ ਤੁਹਾਡੀ ਅਨਾਹ ਦਾ, accumulated brain garbage,
ਜ਼ੇਨ ਦਾ ਜਿਹੜਾ ਟਫ ਹੋਣਾ ਹੈ, ਗਾਰਬੇਜ ਹੈ, ਐਂਡ ਸਟਾਰਟ ਸੀਇੰਗ ਦ ਵਰਡ ਥਰੂ ਅ ਮਾਈਂਡ ਫ੍ਰੀ ਆਫ ਕੰਡੀਸ਼ਨਿੰਗ ਥਾਟਸ। ਦੁਨੀਆ ਨੂੰ ਦੇਖਣਾ ਸ਼ੁਰੂ ਕਰੋ ਬਗੈਰ ਕਿਸੇ ਕੰਡੀਸ਼ਨਡ ਥਾਟ ਦੇ ਔਰ ਕੰਡੀਸ਼ਨਿੰਗ ਦੇ ਜਾਂ ਖਿਆਲ ਦੇ, ਐਜ਼ ਇਟ ਇਜ਼ ਆਬਜੈਕਟਿਵ। ਮੈਂ ਕਿੰਨਾ ਖਿਲਾਫ ਹੈ ਕਲਟ, ਇਨਫਲੂਐਂਸ, ਕੰਡੀਸ਼ਨਿੰਗ, ਕੰਟਰੋਲ ਦੇ। ਇਹਨੇ ਤੁਹਾਨੂੰ ਤਬਾਹ ਕੀਤਾ। ਅੱਜ ਖੁਵਤ ਵਾਲੇ ਕਿੱਥੇ ਨੇ? ਸੈਲਾਬ ਵਾਲਿਆਂ ਨੂੰ 2 ਮਿਲੀਅਨ 10 ਮਿਲੀਅਨ ਅੱਜ ਮਾਰੇ ਨਾ। ਅਮਜਦ ਸਾਕਿਬ ਡੁਬਕੀਆਂ ਰਾਮਜ਼ਾਦਾ ਸਬਜ਼ ਰੱਖੀਆਂ ਹੋਈਆਂ, ਇਹਦੇ ਬੇਟੇ ਨੇ, ਇਹਦੀ ਨੌਂ ਨੇ, ਠੀਕ ਹੈ। ਅੱਜ ਮਾਰੋ ਨਾ ਡੁਬਕੀਆਂ ਉੱਤੇ ਪਾਣੀ 'ਚ। ਨਹੀਂ, ਹਰਾਮ ਜ਼ਦਗੀ, ਟੋਟਲ ਹਰਾਮ ਜ਼ਦਗੀ। ਅੱਛਾ ਜੀ, ਵੈਨ ਯੂ ਫੋਲੋ ਦਿਸ ਕੰਪਸ, ਯੋਰ, ਜਦੋਂ ਤੁਸੀਂ ਇਸ ਕੰਪਸ ਨੂੰ ਇਸ ਤਰ੍ਹਾਂ ਫੋਲੋ ਕਰਦੇ ਆ ਜਿੰਦਾ ਉਹਨੇ ਕਿਹਾ ਆ, ਠੀਕ ਹੈ ਨਾ, ਟੂ ਹੀਲ ਅਦਰਸ, ਮੌਜੂਦਗੀ ਦੇ ਨਾਲ ਅਵੇਕਨ ਕਰੋ ਵਿਜ਼ਡਮ, ਠੀਕ ਹੈ, ਜਾਂ ਅਨਫੋਲਡ ਕਰੋ ਤੇ ਟੂ ਸਰਵ ਲਵ ਨਾਟ ਫੀਅਰ। ਤੇ ਫਿਰ ਉਹਨੇ ਕਿਹਾ ਕਿ ਯੋਰ ਐਕਸ਼ਨਸ ਫੀਲ ਐਂਡ ਯੋਰ ਲਾਈਫ ਫੀਲਿੰਗਸ ਅਲਾਈਨਡ ਇੰਟਰਨਲੀ। ਤੁਹਾਡੀ ਜ਼ਿੰਦਗੀ ਬਹੁਤ ਅੱਛੀ ਮੇਰੀ ਤਰ੍ਹਾਂ ਸਹਿਲ ਹੋ ਜਾਂਦੀ ਹੈ ਬੜੀ। ਵੈਨ ਯੂ ਇਗਨੋਰ ਇਟ, ਲਾਈਫ ਫੀਲਸ, ਜਦੋਂ ਤੁਸੀਂ ਇਹਨੂੰ ਇਗਨੋਰ ਨਹੀਂ, ਕੰਪਸ ਨੂੰ, ਇਨਰ ਵਾਈ ਨੂੰ, ਕਿਉਂ ਨੂੰ ਕਰਦੇ, ਫਿਰ ਤੁਸੀਂ ਫਲੈਟ, ਡਿਸਜੋਇੰਟਡ ਔਰ ਸਪਿਰਿਚੁਅਲੀ ਡਰਾਈ, ਈਵਨ ਇਫ ਯੂ ਆਰ ਹੈਲਦੀ, ਵੈਲਦੀ ਐਂਡ ਸਕਸੈਸਫੁਲ ਐਕਸਟਰਨਲੀ। ਬੇਸ਼ੱਕ ਤੁਸੀਂ ਹੈਲਦੀ ਹੋ, ਵੈਲਦੀ ਹੋ, ਕਾਮਯਾਬ ਹੋ, ਅੰਦਰੋਂ ਤੁਹਾਨੂੰ ਸੈਟਿਸਫੈਕਸ਼ਨ ਨਹੀਂ ਹੋਏਗੀ। ਰੂਹ ਦੀ ਰੋਸ਼ਨੀ। ਬਹੁਤ ਅੱਛਾ ਮੈਸੇਜ ਸੀ, ਇੱਕ ਸਾਹਿਬ ਨੇ ਭੇਜਿਆ ਸੀ, ਰੋਬਰਟ ਜੀ ਇੰਗਰਸੋਲ ਦਾ ਹੈ। ਵੈਸੇ ਕਿਸੇ ਹੋਰ ਨਾਲ ਵੀ ਰਿਲੇਟਡ ਮੈਂ ਪਹਿਲੇ ਵੀ ਕੋਟ ਸੁਣਾਇਆ ਹੋਇਆ ਕਿ ਨੇਚਰ ਦੇਰ ਆਰ ਨੀਦਰ ਰਿਵਾਰਡਸ ਨੋਰ ਪਨਿਸ਼ਮੈਂਟਸ, ਦੇਰ ਆਰ ਓਨਲੀ ਕੌਨਸੀਕੁਐਂਸਿਸ। ਨਾ ਰਿਵਾਰਡਸ ਨੇ ਨਾ ਪਨਿਸ਼ਮੈਂਟਸ ਨੇ, ਇਹ ਕੌਨਸੀਕੁਐਂਸਿਸ ਭੁਗਤ ਰਹੇ ਨੇ। ਫਲੱਡ ਦੀ ਸੂਰਜ ਭੁਗਤਣਗੇ ਪੂਰੇ 25 ਕਰੋੜ ਆਪਣੀ ਹਰਾਮ ਤੋਬੀਆਂ ਦੇ ਕੌਨਸੀਕੁਐਂਸਿਸ ਭੁਗਤਣਗੇ। अल्लाह आपको लंबी सेहतमंद खुशी खुशहाल जिंदगी दे, आमीन जी। अच्छा, वाकई मोहम्मद सल्लल्लाहु अलैहि वसल्लम ने मादा परस्ती से रोका है, जिससे ज़मीर मुर्दा होने के साथ साथ इंसानियत और इंसान के काम आने से रोकती है। मैं तो दसा, ही वॉज द ओनली प्रॉफिट, मोहम्मद पीस बी अपॉन हिम, जिन्हें इत्थे रह के दुनिया च वाहिद पैगंबर, बाकी सब ਨੂੰ ਮੌਜਜ਼ਾਤ ਹੁੰਦੇ ਸੀ, ਦੁਨੀਆ 'ਚ ਨਹੀਂ ਰਹੇ। ਇੱਕ ਇੱਕ ਅਮਰ ਦੁਨੀਆ ਦਾ, ਸ਼ਾਦੀ, ਵਿਆਹ, ਅਦਾਲਤ, ਕਾਨੂੰਨ, ਤਜਾਰਤ, ਸਭ ਕੁਝ ਕਰਕੇ ਦਿਖਾਇਆ। ਐਂਡ ਉੱਥੇ ਰਹਿ ਕੇ ਇਸ ਰੂਹ ਦੀ ਰੋਸ਼ਨੀ ਨੂੰ ਮੁਨੱਵਰ ਇੰਨਾ ਕਰ ਲਿਆ ਕਿ ਮਿਰਾਜ ਸ਼ਰੀਫ ਤੇ ਚਲੇ ਗਏ, ਕੁਨ ਫਯਕੂਨ ਤੇ ਪਹੁੰਚ ਗਏ। ਠੀਕ ਹੈ ਜੀ। ਅੱਛਾ, ਫਿਰ ਉਹ ਤੋਂ ਬਾਅਦ ਤੋਂ ਸੀ ਇੱਕ ਫਲੱਡਸ ਤੇ ਮੈਂ ਦੇਖ ਰਿਹਾ ਸੀ ਕਿ ਇੱਕ ਕਲਾਸਰੂਮ 'ਚ ਹੈ, ਉੱਥੇ ਮੇਕ ਸ਼ਿਫਟ ਰਿਲੀਫ ਕੈਂਪ ਬਣਿਆ ਤੇ ਇੱਕ ਪ੍ਰੈਗਨੈਂਟ ਵੂਮਨ, ਇਹ ਜਜ਼ੀਰਾ ਦੀ ਖਬਰ ਕਿ ਹੈਵ ਬਿਗਨ ਟੇਕਿੰਗ ਰਿਫਿਊਜ ਫਰੋਮ ਦ ਫਲੱਡਸ। ਸ਼ਮਾਇਲਾ ਰਿਆਜ਼ ਹੈ, 19 ਸਾਲ ਦੀ ਲੜਕੀ ਹੈ ਔਰ 7 ਮਹੀਨੇ ਤੋਂ ਪ੍ਰੈਗਨੈਂਟ ਹੈ ਆਪਣੇ ਪਹਿਲੇ ਬੱਚੇ ਦੇ ਨਾਲ, ਔਰ 4 ਦਿਨ ਤੋਂ ਰਿਲੀਫ ਕੈਂਪ 'ਚ ਹੈ ਡਿਊਰਿੰਗ ਪ੍ਰੈਗਨੈਂਸੀ। ਆਈ ਵਾਂਟਡ ਟੂ ਥਿੰਕ ਅਬਾਊਟ ਦ ਚਾਈਲਡ ਆਈ ਐਮ ਗੋਇੰਗ ਟੂ ਹੈਵ, ਬਟ ਆਈ ਐਮ ਨਾਟ ਈਵਨ ਸਰਟਨ ਅਬਾਊਟ ਮਾਈ ਓਨ ਫਿਊਚਰ। ਉਹਨੇ ਕਿਹਾ ਮੇਰਾ ਬੱਚਾ ਜਿਹੜਾ ਪੇਟ 7 ਮਹੀਨੇ ਦਾ ਹੈ, ਮੈਂ ਉਹਦੇ ਬਾਰੇ ਸੋਚਦੀ ਹੈ, ਲੇਕਿਨ ਮੇਰਾ ਆਪਣਾ ਮੁਸਤਕਬਲ ਮੈਨੂੰ ਪਤਾ ਨਹੀਂ। 4 ਦਿਨ ਤੋਂ ਅਸੀਂ ਇੱਕ ਰਿਲੀਫ ਕੈਂਪ 'ਚ ਸਕੂਲ ਦੇ ਘਿਰੇ ਹੋਏ ਆ। ਬੱਚੇ ਦੇਖੋ 19 ਸਾਲ ਦੀ ਉਮਰ 'ਚੋਂ 7 ਸਾਲ ਦੀ ਪ੍ਰੈਗਨੈਂਟ ਹੈ। ਬੱਚੇ ਪੈਦਾ ਕਰੀ ਆਓ, ਠੀਕ ਹੈ ਜੀ। ਕੁਛ ਪਾਕਿस्तानी कौम दी नहीं समझ आती। कौमें झूठ कालमियाँ, सदियों का एहसास महरूमी से भरा डीएनए और गैर ज़रूरी ख्वाहिशात का बोझ। ख्वाजा इरफान अनवर साहब ने, एक बड़े मशहूर जड़े ख्वाजा अनवर म्यूजिशियन, कंपोजर, प्रोड्यूसर, ਉਹਨਾਂ ਦੇ ਬੇਟੇ ਨੇ ख्वाजा इरफान अनवर रेलवे 'ਚ ਹੁੰਦੇ ਸੀ ਤੇ ਉਹਨਾਂ ਨੇ कॉल लाया, कौमें झूठ ਇਹਨੂੰ ਕਿਹਾ पाकिस्तानियों ਨੂੰ, सदियों का एहसास महरूमी से भरा डीएनए और गैर ज़रूरी ख्वाहिशात का बोझ। ठीक है जी। फिर ਉਹ ਤੋਂ ਬਾਅਦ ਤੋਂ ਇੱਕ ਮੈਂ ਹੋਰ ਦੇਖ ਰਿਹਾ ਸੀ कि मौलाना रूमी ਨੂੰ कोट ਕੀਤਾ है ऐसे। किसी ने पूछा जहर क्या है, फरमाया हर वो चीज़ जो हमारी ज़रूरत से ज़्यादा हो जहर है, जैसे कुव्वत, इक़्तिदार, दौलत, भूख, लालच, मोहब्बत और नफरत। सारे जहर नाल 25 करोड़ भरे हुए ने, जरूरत तो ज्यादा चीज़ां इकट्ठियां करके। ठीक है ना जी। अच्छा, फिर जी
एक साहब ने कहा कि मॉन्ट्रियल ने स्ट्रीट प्रेयर्स बैन कर ਦਿੱਤੀਆਂ ਇਹ ਤੇ ਯਾਰ ਬਹੁਤ ਅੱਛਾ ਮੌਂਟਰੀਅਲ ਬਹੁਤ ਜ਼ਬਰਦਸਤ ਹੈ ਵਿਸ਼ ਟੂ ਲਿਵ देयर ਗੋਰੇ ਨੇ ਉੱਤੇ क्यूबैक फ्रेंच कम्युनिटी रहिंदी है और उन्होंने कहा मस्जिदां नूं कि नहीं जी तुसी सड़कों ते नमाज नहीं पढ़ सकते बहुत ज़बरदस्त जी अगला स्टेप मस्जिदां बंद करवाना उन्होंने होएगा पेशावर जलसा होगा तो खुल्लम खुल्ला फौजी ऑपरेशन की मजम्मत होगी खुलकर फार्म 47 वाली हुकूमत और उन्हें लाने वाले फौजियों पर लानत भी भेजी जाएगी इमरान खान का पैगाम पढ़ा जाएगा गंडा पर का दोगलापन सामने आएगा जो कॉम्प्रोमाइज लीडर रीट्वीट नहीं करते उन्हें भी इमरान खान के हक में तकरीरें करनी होगी जलसे का इनका बेहतरीन हिकमत अमली है इमरान खान की इमरान खान तो नवी पार्टी बना रहा आज मैं देख रहा सी और वो तहरीक एक नवी चलाना चाहता है लेकिन इस मुर्दा कौम तो इस 25-26 करोड़ लोड़ियाँ तो ठोस तो आई डोंट थिंक सो ही कैन पीटीआई की कॉम्प्रोमाइज की आदत को तलाश करने का लिटमस टेस्ट ये है कि जिसने इमरान खान का 26 अगस्त का ट्वीट रीट्वीट नहीं किया वही फौजी टट्टू है या वो इमरान खान के ख्यालात से मुतफिक नहीं है अगली बार उसे टिकट मत दें इमरान खान पाकिस्तान की आज़ादी की जंग लड़ रहा है और ये लोग इमरान खान के अल्फाज शेयर करने को भी तैयार नहीं इन बुज़दिलों से जान छड़वाए लो जी ये भी गल तो उन्हें ठीक कही है लेकिन बस इस तरह ही है एक मैं खबर पढ़ रही सी ਇਮੀਗ੍ਰੇਸ਼ਨ ਤੇ ਤੁਹਾਨੂੰ ਕਿ $100,000 ਦੀ ਇਹਨਾਂ ਨੇ ਕਿਹਾ ਆ ਕਿ ਅਸੀਂ ਤੁਹਾਨੂੰ ਐਗਜ਼ਿਟ ਪਲਾਨ ਐਗਜ਼ਿਟ ਬੋਨਸ $1,000 ਦਾ ਦੇ ਦਿਆਂਗੇ ਇਲੀਗਲ ਇਮੀਗ੍ਰੈਂਟ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਔਰ ਇਹ ਇਸ ਲਈ ਜ਼ਰੂਰੀ ਉਹਨਾਂ ਨੇ ਹੁਣ ਕਰ ਦਿੱਤਾ ਕਿ ਜਦੋਂ ਦਾ ਪ੍ਰੈਜ਼ੀਡੈਂਟ ਟਰੰਪ ਆਇਆ ਆ ਉਹਨੇ ਆਪਣੇ ਹੋਮਲੈਂਡ ਸਿਕਿਉਰਿਟੀ ਤੋਂ ਅਜੇ ਤੱਕ 21,500 ਫਾਈਨ ਕਰਾਏ ਨੇ 6 ਬਿਲੀਅਨ US$ ਦੇ ਇਹਨਾਂ ਤੇ ਇਲੀਗਲ ਇਮੀਗ੍ਰੈਂਟ 6 ਬਿਲੀਅਨ ਡਾਲਰ ਦਾ ਫਾਈਨ ਕਰਾਇਆ ਹੈ 5-6 ਮਹੀਨੇ ਦੇ ਅਰਸੇ 'ਚ ਬਲਕਿ ਮਾਰਚ ਅਪ੍ਰੈਲ ਮਈ ਜੂਨ ਜਾਂ 6 ਮਹੀਨੇ ਦੇ ਅਰਸੇ ਠੀਕ ਹੈ ਜੀ ਅੱਛਾ ਹੂ ਫੇਲ ਟੂ ਕੰਪਲਾਈ ਵਿਦ ਰਿਮੂਵਲ ਆਰਡਰਸ ਜਿਹੜੇ ਰਿਮੂਵਲ ਆਰਡਰ ਹੋਏ ਸੀ ਉਹ ਕੰਪਲਾਈ ਨਹੀਂ ਕੀਤੇ ਉਹਨਾਂ ਤੇ ਇਹ ਕੀਤਾ ਆ The fines, which can reach nearly 1,000 per day, $1,000, are being leveraged as a tool to pressure people to self-deport as the administration struggle. $1,000 fine ਵਧੀ ਜਾ ਰਿਹਾ daily. ਠੀਕ ਹੈ ਜੀ ਇਹਨਾਂ 21,500 ਲੋਕਾਂ ਦਾ ਔਰ ਆਖਰ ਉਹਨਾਂ ਨੇ ਕਹਿਣਾ ਸਾਨੂੰ $1,000 ਦਿਓ ਜੀ ਅਸੀਂ ਡਿਪੋਰਟ ਹੋ ਰਹੇ ਹੁਕੂਮਤ ਕੋਲ ਤੇ ਬੜੇ ਆਸਾਨ ਤਰੀਕੇ ਇਸ ਲਈ ਇਲੀਗਲ ਬਿਲਕੁਲ ਨਾ ਅਮਰੀਕਾ 'ਚ ਰਹੋ ਬਾਕੀ ਆਪਣੇ ਆਪ ਨੂੰ ਯਾਰ ਠੀਕ ਕਰਨ ਦੀ ਕੋਸ਼ਿਸ਼ ਕਰੋ ਇਹ ਨੰਬਰ ਮੇਰਾ ਜਿਹੜਾ ਦਿੱਤਾ ਆ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਮੇਰੇ WhatsApp ਚੈਨਲ ਤੇ ਅਜੇ ਤੱਕ ਸਿਰਫ 95 ਬੰਦੇ ਆਏ ਆ ਸਿਰਫ 95 ਲੋਕਾਂ ਨੂੰ ਤਕਲੀਫ ਹੈ ਰੋਜ਼ ਸੁਣਦੇ ਨੇ ਉਹ ਤੇ ਅਗਰ ਨਜ਼ਰ ਚੌਹਾਨ ਦਾ ਚੈਨਲ ਬੰਦ ਹੋ ਗਿਆ ਤੇ ਸਿਰਫ ਉਹਨਾਂ ਨੂੰ ਫਿਰ ਇਤਲਾ ਹੋ ਸਕੇਗੀ ਬਾਕੀ ਲੋਕ ਤੁਸੀਂ ਮौज ਕਰਨਾ ਯਾਰ ਮੈਨੂੰ ਵੀ ਐਡੀ ਕੋਈ ਤਕਲੀਫ ਪੀੜ ਨਹੀਂ ਉੱਠਣ ਢਈ ਰੋਜ਼ ਪਾਂ ਕਰਨ ਦੀ ਤੇ ਬਾਕੀ ਤੁਹਾਨੂੰ ਵੀ ਸ਼ੌਕ ਹੈ ਬੁੰਡ ਮਰਵਾਨ ਦਾ ਟੂਆ ਮਰਵਾਨ ਦਾ ਕੱਲ ਇੱਕ ਬੰਦੇ ਨੇ ਕਿਹਾ ਜਿਹਦੇ ਤੇ ਮੈਂ ਵੀਲੌਗ ਖਤਮ ਕਰਾਂਗਾ ਕਿ ਨਜ਼ਰ ਸਾਹਿਬ ਤੁਸੀਂ ਗਲਤ ਕਿਹਾ ਸਾਡੇ ਬਾਬਾ ਲੀਕਾਂ ਲਾਈਆਂ ਸਾਨੂੰ ਮਤ ਕੀਆਂ ਨੇ ਉਹਨੇ ਕਿਹਾ ਸਾਡੇ ਵੱਡਿਆਂ ਟੂਆ ਮਰਵਾਇਆ ਸਾਨੂੰ ਮਤ ਕੀਆਂ ਸਾਡੇ ਵੱਡਿਆਂ ਟੂਆ ਮਰਵਾਇਆ ਸਾਨੂੰ ਮਤ ਕੀਆਂ ਨੇ ਕੱਲ ਤੱਕ ਲਈ ਇਜਾਜ਼ਤ ਅੱਲਾਹ ਨੇ